रोमा है। मैं अपने माता पिता नाल एक छोटे ਜਿਹੇ ਪਿੰਡ 'ਚ ਰਹਿੰਦੀ ਸੀ ਤੇ ਮੇਰਾ ਬਚਪਨ ਇੱਕ ਡਰਾਉਣੇ ਸੁਪਨੇ ਵਰਗਾ ਸੀ। ਮੇਰੀ ਕਿਸਮਤ ਨੇ ਮੇਰੇ ਨਾਲ ਇੱਕ ਅਜਿਹੀ ਖੇਡ ਖੇਡੀ ਕਿ ਮੈਂ ਆਪਣੀ ਜ਼ਿੰਦਗੀ 'ਚ ਅੱਗੇ ਵਧਣ ਤੋਂ ਬਾਅਦ ਵੀ ਆਪਣੇ ਅਤੀਤ ਨੂੰ ਨਹੀਂ ਭੁੱਲ ਸਕਦੀ ਸੀ। ਮੇਰੇ ਮਾਤਾ ਪਿਤਾ ਕਦੇ ਨਹੀਂ ਚਾਹੁੰਦੇ ਸਨ ਕਿ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇ ਤੇ ਮੈਂ ਆਪਣੇ ਹੀ ਘਰੇ ਕੈਦ ਬਣ ਕੇ ਰਹਿ ਜਾਵਾਂ। ਇਸ ਲਈ ਮੇਰੀ ਮਾਂ ਨੇ ਮੈਨੂੰ ਸਾਰਿਆਂ ਤੋਂ ਚੋਰੀ ਮੈਨੂੰ ਮੇਰੀ ਭੂਆ ਦੇ ਘਰ ਭੇਜ ਦਿੱਤਾ। ਉਹਨਾਂ ਦੇ ਵੀ ਕੋਈ ਔਲਾਦ ਨਹੀਂ ਸੀ, ਇਸ ਲਈ ਮੇਰੀ ਭੂਆ ਤੇ ਫੁੱਫੜ ਨੇ ਮੈਨੂੰ ਆਪਣੀ ਸਕੀ ਔਲਾਦ ਤੋਂ ਵੱਧ ਕੇ ਸਮਝਿਆ, ਮੈਨੂੰ ਪੜ੍ਹਾਇਆ ਲਿਖਾਇਆ ਤੇ ਆਪਣੇ ਪੈਰਾਂ ਤੇ ਖੜਾ ਕੀਤਾ। ਹੁਣ ਮੈਂ ਸ਼ਹਿਰ 'ਚ ਹੀ ਇੱਕ ਕੰਪਨੀ 'ਚ ਨੌਕਰੀ ਕਰ ਰਹੀ ਸੀ। ਮੈਂ ਬਹੁਤ ਘੱਟ ਬੋਲਦੀ ਸੀ, ਮੈਨੂੰ ਲੋਕਾਂ ਨਾਲ ਜ਼ਿਆਦਾ ਘੁਲਣਾ ਮਿਲਣਾ ਪਸੰਦ ਨਹੀਂ ਸੀ। ਮੈਂ ਸਵੇਰੇ ਆਪਣੀ ਨੌਕਰੀ ਤੇ ਜਾਂਦੀ ਤੇ ਸ਼ਾਮ ਨੂੰ ਘਰ ਵਾਪਸ ਆ ਜਾਂਦੀ ਸੀ। ਘਰ ਵਾਪਸ ਆਉਣ ਤੋਂ ਬਾਅਦ ਖਾਣਾ ਖਾ ਕੇ ਮੈਂ ਭੂਆ ਨਾਲ ਗੱਲਾਂ ਕਰਦੀ ਤੇ ਫਿਰ ਫੁੱਫੜ ਜੀ ਦੇ ਦਫ਼ਤਰ ਤੋਂ ਆਉਣ ਦਾ ਵੀ ਸਮਾਂ ਹੋ ਜਾਂਦਾ। ਉਹ ਜਦੋਂ ਵੀ ਦਫ਼ਤਰ ਤੋਂ ਘਰ ਆਉਂਦੇ ਤਾਂ ਮੇਰੇ ਲਈ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਂਦੇ ਸਨ, ਪਰ ਮੈਨੂੰ ਜਦੋਂ ਵੀ ਆਪਣੇ ਅਤੀਤ ਦੀ ਯਾਦ ਆਉਂਦੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਸੀ। ਪਰ ਭੂਆ ਤੇ ਫੁੱਫੜ ਦੇ ਪਿਆਰ ਨੇ ਮੈਨੂੰ ਆਪਣੇ ਅਤੀਤ ਨੂੰ ਭੁੱਲਣ ਤੇ ਮਜਬੂਰ ਕਰ ਦਿੱਤਾ ਸੀ। ਹੁਣ ਮੈਂ ਆਪਣੀ ਜ਼ਿੰਦਗੀ 'ਚ ਅੱਗੇ ਵਧਣ ਲੱਗੀ ਸੀ। ਇੱਕ ਦਿਨ ਸਾਡੀ ਕੰਪਨੀ 'ਚ ਇੱਕ ਨਵਾਂ ਮੈਨੇਜਰ ਆਇਆ। ਉਹ ਬਹੁਤ ਜ਼ਿਆਦਾ ਸੋਹਣਾ ਸੀ। ਦਫ਼ਤਰ ਦੀਆਂ ਸਾਰੀਆਂ ਲੜਕੀਆਂ ਉਸਦੇ ਅੱਗੇ ਪਿੱਛੇ ਘੁੰਮਦੀਆਂ ਰਹਿੰਦੀਆਂ ਸਨ, ਪਰ ਉਹ ਕਿਸੇ ਨੂੰ ਵੀ ਨਜ਼ਰ ਉਠਾ ਕੇ ਨਹੀਂ ਦੇਖਦਾ ਸੀ। ਇੱਕ ਦਿਨ ਮੈਨੂੰ ਕਿਸੇ ਕੰਮ ਲਈ ਉਸ ਮੈਨੇਜਰ ਦੇ ਕੈਬਿਨ 'ਚ ਜਾਣਾ ਪਿਆ। ਮੈਂ ਦਰਵਾਜ਼ਾ ਖੜਕਾਇਆ ਤੇ ਉਹਨਾਂ ਦੇ ਕਹਿਣ ਤੇ ਅੰਦਰ ਗਈ ਤੇ ਉਹਨਾਂ ਨੂੰ ਦੱਸਿਆ ਕਿ ਸਰ, ਮੇਰਾ ਨਾਮ ਰੋਮਾ ਹੈ। ਤੁਸੀਂ ਮੈਨੂੰ ਇਹ ਫਾਈਲ ਦਿੱਤੀ ਸੀ, ਪਰ ਮੈਨੂੰ ਇਸ ਦਾ ਪਿਛਲਾ ਰਿਕਾਰਡ ਸਮਝ ਨਹੀਂ ਆ ਰਿਹਾ ਕਿ ਤੁਸੀਂ ਮੇਰੀ ਮਦਦ ਕਰੋਗੇ। ਉਹਨਾਂ ਕਿਹਾ ਕਿ ਜੀ ਬਿਲਕੁਲ, ਕਿਉਂ ਨਹੀਂ। ਉਹ ਫਾਈਲ ਦੇਖ ਕੇ ਮੈਨੂੰ ਕੰਮ ਸਮਝਾਉਣ ਲੱਗੇ ਤੇ ਮੈਂ ਉਹਨਾਂ ਨੂੰ ਦੇਖਣ ਲੱਗੀ। ਮੇਰੀਆਂ ਨਜ਼ਰਾਂ ਉਹਨਾਂ ਤੋਂ ਹਟ ਹੀ ਨਹੀਂ ਰਹੀਆਂ ਸਨ। ਉਹ ਸੱਚਮੁੱਚ ਬਹੁਤ ਜ਼ਿਆਦਾ ਸੋਹਣੇ ਸਨ। ਐਨੀ ਦੇਰ 'ਚ ਉਹਨਾਂ ਨੇ ਚੁਟਕੀ ਵਜਾ ਕੇ ਮੈਨੂੰ ਕਿਹਾ, ਹੈਲੋ ਰੋਮਾ, ਤੁਸੀਂ ਕਿਸ ਦੇ ਖਿਆਲਾਂ 'ਚ ਗੁੰਮ ਹੋ ਗਏ। ਮੈਂ ਅਚਾਨਕ ਆਪਣੇ ਖਿਆਲਾਂ 'ਚੋਂ ਬਾਹਰ ਆਈ ਤੇ ਉਹਨਾਂ ਨੂੰ ਕਿਹਾ ਕਿ ਜੀ ਸਰ, ਮੈਨੂੰ ਸਭ ਕੁਝ ਸਮਝ ਆ ਗਿਆ, ਤੁਸੀਂ ਫਿਕਰ ਨਾ ਕਰੋ, ਮੈਂ ਸਾਰਾ ਕੰਮ ਕੰਪਲੀਟ ਕਰ ਦਿਆਂਗੀ। ਮੇਰਾ ਦਿਲ ਤਾਂ ਉਸ ਦਿਨ ਤੋਂ ਹੀ ਮੈਨੇਜਰ ਵਿਕਰਮ ਦੇ ਪਿਆਰ 'ਚ ਡੁੱਬ ਗਿਆ। ਪਰ ਜਿਵੇਂ ਹੀ ਮੈਨੂੰ ਆਪਣੇ ਅਤੀਤ ਦੀ ਯਾਦ ਆਉਂਦੀ ਤਾਂ ਮੈਂ ਡਰ ਜਾਂਦੀ ਸੀ। ਮੈਂ ਆਪਣੀ ਭੂਆ ਨਾਲ ਆਪਣੀ ਹਰ ਗੱਲ ਸ਼ੇਅਰ ਕਰਦੀ ਸੀ। ਉਹਨਾਂ ਤੋਂ ਇਲਾਵਾ ਮੇਰਾ ਕੋਈ ਹੋਰ ਨਹੀਂ ਸੀ, ਇਸ ਲਈ ਉਹ ਮੇਰੀ ਸਭ ਤੋਂ ਚੰਗੀ ਦੋਸਤ ਵੀ ਸੀ। ਜਦੋਂ ਮੈਂ ਉਹਨਾਂ ਨੂੰ ਸਭ ਕੁਝ ਦੱਸਿਆ ਤਾਂ ਉਹ ਮੈਨੂੰ ਸਮਝਾਉਣ ਲੱਗੀ ਕਿ ਹੁਣ ਤੇਰੀ ਜ਼ਿੰਦਗੀ ਇਹੀ ਹੈ, ਤੂੰ ਆਪਣੇ ਅਤੀਤ ਨੂੰ ਭੁੱਲ ਜਾ ਤੇ ਆਪਣੀ ਜ਼ਿੰਦਗੀ 'ਚ ਅੱਗੇ ਵਧ। ਪਰ ਮੇਰੇ ਕਦਮ ਲੜਖੜਾਉਣ ਲੱਗੇ ਸਨ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਇਸ ਤਰ੍ਹਾਂ ਦਿਨ ਲੰਘ ਰਹੇ ਸਨ। ਵਿਕਰਮ ਹੁਣ ਮੇਰੇ ਤੇ ਬਹੁਤ ਭਰੋਸਾ ਕਰਨ ਲੱਗਿਆ ਸੀ, ਕਿਉਂਕਿ ਮੈਂ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਕਰਦੀ ਸੀ। ਉਹ ਕੰਪਨੀ ਦੀ ਹਰ ਗੱਲ ਮੇਰੇ ਨਾਲ ਸ਼ੇਅਰ ਕਰਦਾ ਸੀ। ਇੱਕ ਦਿਨ ਮੈਂ ਉਹਨਾਂ ਦੇ ਕੈਬਿਨ ਵੱਲ ਜਾ ਰਹੀ ਸੀ। ਮੈਂ ਉਹਨਾਂ ਨੂੰ ਦੇਖ ਕੇ ਦੰਗ ਰਹਿ ਗਈ। ਉਹ ਸ਼ਾਇਦ ਕੁਝ ਸੋਚ ਰਹੇ ਸਨ ਤੇ ਦਿਲ ਹੀ ਦਿਲ 'ਚ ਮੁਸਕਰਾ ਰਹੇ ਸਨ। ਉਹਨਾਂ ਨੂੰ ਦੇਖ ਕੇ ਮੇਰੀ ਨਜ਼ਰ ਉਹਨਾਂ ਤੇ ਹੀ ਅਟਕ ਗਈ ਤੇ ਮੈਂ ਵੀ ਮੁਸਕਰਾਉਣ ਲੱਗੀ ਤੇ ਸੋਚਣ ਲੱਗੀ ਕਿ ਕਾਸ਼ ਜਿਵੇਂ ਮੈਂ ਸੋਚ ਰਹੀ ਹਾਂ ਉਵੇਂ ਹੀ ਹੋਵੇ। ਜੋ ਮੇਰੇ ਦਿਲ 'ਚ ਹੈ ਉਹੀ ਇਹਨਾਂ ਦੇ ਦਿਲ 'ਚ ਵੀ ਹੋਵੇ। ਮੈਂ ਉੱਥੇ ਖੜੀ ਖੁਦ ਨਾਲ ਹੀ ਗੱਲਾਂ ਕਰ ਰਹੀ ਸੀ। ਅੱਜ ਭੂਆ ਦੇ ਘਰ ਕੁਝ ਮਹਿਮਾਨ ਆ ਰਹੇ ਸਨ। ਫੁੱਲ ਨੇ ਆਪਣੇ ਕੁਝ ਦੋਸਤਾਂ ਨੂੰ ਬੁਲਾਇਆ, ਇਸ ਲਈ ਮੈਂ ਵੀ ਅੱਜ ਦਫ਼ਤਰ ਤੋਂ ਜਲਦੀ ਘਰ ਆ ਗਈ ਸੀ। ਮੈਂ ਆ ਕੇ ਦੇਖਿਆ ਤਾਂ ਮੇਰਾ ਮੋਬਾਈਲ ਨਹੀਂ ਸੀ। ਭੂਆ ਨੇ ਮੈਨੂੰ ਪੁੱਛਿਆ ਕਿ ਕੀ ਹੋਇਆ, ਇੰਨੀ ਪਰੇਸ਼ਾਨ ਕਿਉਂ ਹੈ। ਮੈਂ ਉਹਨਾਂ ਨੂੰ ਦੱਸਿਆ ਕਿ ਮੇਰਾ ਮੋਬਾਈਲ ਨਹੀਂ ਮਿਲ ਰਿਹਾ ਤਾਂ ਉਹਨਾਂ ਕਿਹਾ ਕਿ ਤੂੰ ਕਾਲ ਕਰਕੇ ਦੇਖ ਲੈ। ਮੈਂ ਘਰ ਦੇ ਨੰਬਰ ਤੋਂ ਕਾਲ ਕੀਤੀ ਤਾਂ ਮੇਰਾ ਫੋਨ ਕਿਸੇ ਨੇ ਚੁੱਕਿਆ। ਆਵਾਜ਼ ਸੁਣ ਕੇ ਮੇਰਾ ਦਿਲ ਖੁਸ਼ ਹੋ ਗਿਆ। ਮੈਂ ਕਿਹਾ ਕਿ ਸਰ, ਤੁਸੀਂ। ਵਿਕਰਮ ਨੇ ਦੱਸਿਆ ਕਿ ਮੈਂ ਆਪਣਾ ਮੋਬਾਈਲ ਜਲਦੀ 'ਚ ਉਹਨਾਂ ਦੇ ਕੈਬਿਨ 'ਚ ਹੀ ਛੱਡ ਗਈ ਸੀ। ਉਹ ਕਹਿਣ ਲੱਗੇ ਕਿ ਮੈਂ ਤੁਹਾਡਾ ਮੋਬਾਈਲ ਆਪਣੇ ਕੋਲ ਰੱਖ ਲਿਆ ਹੈ, ਤੂੰ ਕੱਲ ਦਫ਼ਤਰ ਆ ਕੇ ਲੈ ਲਵੀਂ। ਅਗਲੇ ਦਿਨ ਜਦੋਂ ਮੈਂ ਦਫ਼ਤਰ 'ਚ ਆਪਣਾ ਮੋਬਾਈਲ ਲੈਣ ਸਰ ਦੇ ਕੈਬਿਨ 'ਚ ਗਈ ਤਾਂ ਉਹਨਾਂ ਨੇ ਮੇਰੇ ਹੱਥ 'ਚ ਮੋਬਾਈਲ ਦੇ ਨਾਲ ਇੱਕ ਲੈਟਰ ਵੀ ਦਿੱਤਾ। ਮੈਂ ਇਹ ਦੇਖ ਕੇ ਘਬਰਾ ਗਈ ਤੇ ਬਿਨਾਂ ਕੁਝ ਕਹੇ ਜਲਦੀ ਨਾਲ ਉਹਨਾਂ ਦੇ ਕੈਬਿਨ 'ਚੋਂ ਬਾਹਰ ਆ ਗਈ। ਬਾਹਰ ਆਉਣ ਤੋਂ ਬਾਅਦ ਮੈਂ ਆਪਣੇ ਕੰਮ 'ਚ ਲੱਗ ਗਈ ਤੇ ਸੋਚਣ ਲੱਗੀ ਕਿ ਪਤਾ ਨਹੀਂ ਇਸ ਲੈਟਰ 'ਚ ਕੀ ਹੈ ਜੋ ਉਹਨਾਂ ਨੇ ਮੈਨੂੰ ਦਿੱਤਾ ਹੈ। ਜਿਵੇਂ ਹੀ ਸ਼ਾਮ ਹੋਈ ਤੇ ਮੈਂ ਦਫ਼ਤਰ ਤੋਂ ਘਰ ਆਈ ਤਾਂ ਮੈਂ ਕਮਰੇ 'ਚ ਆ ਕੇ ਉਹ ਲੈਟਰ ਪੜ੍ਹਿਆ। ਉਸ ਨੂੰ ਪੜ੍ਹਨ ਤੋਂ ਬਾਅਦ ਤਾਂ ਮੈਨੂੰ ਪਸੀਨਾ ਆਉਣ ਲੱਗਿਆ। ਮੈਂ ਬਹੁਤ ਜ਼ਿਆਦਾ ਘਬਰਾ ਗਈ। ਲੈਟਰ 'ਚ ਤਾਂ ਵਿਕਰਮ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਇੱਕ ਪਾਸੇ ਮੈਨੂੰ
ਖੁਸ਼ੀ ਹੋ ਰਹੀ ਸੀ ਕਿ ਜਿਵੇਂ ਮੈਂ ਸੋਚਿਆ ਸੀ ਉਂਝ ਹੀ ਹੋ ਰਿਹਾ ਸੀ। ਵਿਕਰਮ ਵੀ ਮੈਨੂੰ ਪਸੰਦ ਕਰਦਾ ਸੀ ਤੇ ਦੂਜੇ ਪਾਸੇ ਮੈਨੂੰ ਆਪਣੇ ਅਤੀਤ ਦਾ ਡਰ ਸੀ। ਐਨੀ ਦੇਰ ਚ ਭੂਆ ਉੱਥੇ ਆ ਗਈ। ਉਹਨਾਂ ਨੇ ਮੇਰੇ ਚਿਹਰੇ ਤੇ ਪਰੇਸ਼ਾਨੀ ਦੇਖੀ ਤੇ ਪੁੱਛਿਆ ਕਿ ਕੀ ਗੱਲ ਹੈ। ਮੈਂ ਉਹਨਾਂ ਨੂੰ ਦੱਸਿਆ ਕਿ ਵਿਕਰਮ ਨੇ ਮੈਨੂੰ ਵਿਆਹ ਲਈ ਪ੍ਰਪੋਜ਼ ਕੀਤਾ ਹੈ ਤਾਂ ਉਹ ਹੱਸਣ ਲੱਗੀ ਤੇ ਕਹਿਣ ਲੱਗੀ ਕਿ ਐਨੀ ਕੁ ਗੱਲ ਹੈ, ਤੂੰ ਘਬਰਾ ਕਿਉਂ ਰਹੀ ਹੈ। ਮੈਂ ਕਿਹਾ ਕਿ ਤੁਹਾਨੂੰ ਤਾਂ ਪਤਾ ਹੈ ਕਿ ਮੈਂ ਵਿਆਹ ਕਿਵੇਂ। ਉਹਨਾਂ ਨੇ ਮੇਰੀ ਗੱਲ ਵਿੱਚੋਂ ਹੀ ਕੱਟ ਦਿੱਤੀ ਤੇ ਕਹਿਣ ਲੱਗੀ ਕਿ ਭਗਵਾਨ ਨੇ ਤੇਰੀ ਕਿਸਮਤ ਖੋਲ ਦਿੱਤੀ ਹੈ। ਐਨੇ ਚੰਗੇ ਲੜਕੇ ਦਾ ਰਿਸ਼ਤਾ ਤੇਰੇ ਕੋਲ ਆਇਆ ਤੇ ਤੂੰ ਨਾ ਕਰ ਰਹੀ ਹੈ। ਮੈਂ ਤੇਰੇ ਫੁੱਫੜ ਨਾਲ ਗੱਲ ਕਰਾਂਗੀ, ਉਹ ਜ਼ਰੂਰ ਇਸ ਰਿਸ਼ਤੇ ਲਈ ਮੰਨ ਜਾਣਗੇ। ਇਹ ਕਹਿ ਕੇ ਉਹ ਉੱਥੋਂ ਚਲੀ ਗਈ। ਪਰ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਵਿਕਰਮ ਵੀ ਮੈਨੂੰ ਪਸੰਦ ਕਰਦਾ ਹੈ ਤੇ ਹੁਣ ਜਦੋਂ ਸਭ ਕੁਝ ਮੇਰੀ ਸੋਚ ਅਨੁਸਾਰ ਹੋ ਰਿਹਾ ਸੀ ਤਾਂ ਮੇਰਾ ਦਿਲ ਮੰਨਣ ਨੂੰ ਤਿਆਰ ਹੀ ਨਹੀਂ ਸੀ। ਕੁਝ ਦਿਨਾਂ ਬਾਅਦ ਵਿਕਰਮ ਮੇਰਾ ਹੱਥ ਮੰਗਣ ਮੇਰੇ ਘਰ ਆਇਆ। ਉਹਨਾਂ ਕਿਹਾ ਕਿ ਮੈਂ ਬਹੁਤ ਸ਼ਰਮਿੰਦਾ ਹਾਂ ਕਿ ਮੈਨੂੰ ਖੁਦ ਆਪਣੇ ਵਿਆਹ ਦੀ ਗੱਲ ਕਰਨ ਆਣਾ ਪਿਆ, ਪਰ ਮੈਂ ਮਜਬੂਰ ਹਾਂ ਕਿਉਂਕਿ ਮੇਰੇ ਮਾਤਾ ਪਿਤਾ ਇੱਥੇ ਨਹੀਂ ਰਹਿੰਦੇ। ਭੂਆ ਤੇ ਫੁੱਫੜ ਨੂੰ ਤਾਂ ਵਿਕਰਮ ਇੰਨਾ ਪਸੰਦ ਆਇਆ ਕਿ ਉਹਨਾਂ ਨੇ ਤੁਰੰਤ ਵਿਆਹ ਲਈ ਹਾਂ ਕਰ ਦਿੱਤੀ। ਪਰ ਮੇਰੇ ਦਿਲ 'ਚ ਅਜੇ ਕਿਤੇ ਨਾ ਕਿਤੇ ਇੱਕ ਡਰ ਲੁਕਿਆ ਹੋਇਆ ਸੀ, ਜਿਸ ਕਰਕੇ ਮੈਂ ਵਿਆਹ ਲਈ ਮਨਾ ਕਰ ਦਿੱਤਾ। ਪਰ ਭੂਆ ਤੇ ਫੁੱਫੜ ਮੇਰੀ ਕੋਈ ਗੱਲ ਨਾ ਸੁਣੀ ਤੇ ਮੈਨੂੰ ਸਮਝਾ ਕੇ ਇਸ ਰਿਸ਼ਤੇ ਲਈ ਤਿਆਰ ਕਰ ਲਿਆ। ਹੁਣ ਘਰ 'ਚ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ। ਮੈਂ ਸੋਚ ਰਹੀ ਸੀ ਕਿ ਕਿਤੇ ਮੇਰਾ ਅਤੀਤ ਵਿਕਰਮ ਦੇ ਸਾਹਮਣੇ ਆ ਗਿਆ ਤਾਂ ਕੀ ਹੋਵੇਗਾ। ਖੈਰ ਮੈਂ ਵੀ ਵਿਆਹ ਦੀ ਚਹਿਲ ਪਹਿਲ 'ਚ ਗੁਆਚ ਗਈ ਤੇ ਆਪਣੇ ਪਿਆਰ ਨੂੰ ਆਪਣੀ ਕਿਸਮਤ 'ਚ ਲਿਖਿਆ ਦੇਖ ਕੇ ਸਭ ਕੁਝ ਭੁੱਲ ਗਈ। ਵਿਕਰਮ ਦੇ ਪਿਆਰ ਨੇ ਮੇਰੇ ਅਤੀਤ ਨੂੰ ਭੁਲਾ ਦਿੱਤਾ ਸੀ। ਸਾਡੇ ਵਿਆਹ ਦੀ ਤਰੀਕ ਤੈਅ ਹੋ ਗਈ। ਮੇਰਾ ਤੇ ਵਿਕਰਮ ਦਾ ਇਸ ਤਰ੍ਹਾਂ ਅਚਾਨਕ ਵਿਆਹ ਹੋ ਜਾਵੇਗਾ ਮੈਂ ਕਦੇ ਸੋਚਿਆ ਵੀ ਨਹੀਂ ਸੀ। ਦੇਖਦੇ ਹੀ ਦੇਖਦੇ ਮੇਰੇ ਵਿਆਹ ਦਾ ਦਿਨ ਆ ਗਿਆ ਤੇ ਮੈਂ ਦੁਲਹਨ ਬਣ ਕੇ ਵਿਕਰਮ ਦੇ ਘਰ ਆ ਗਈ। ਇੱਥੇ ਸਭ ਕੁਝ ਮੇਰੇ ਸੁਪਨੇ ਵਰਗਾ ਸੀ। ਐਨੇ ਵੱਡੇ ਘਰ ਦੀ ਮੈਂ ਇਕੱਲੀ ਮਾਲਕਣ ਸੀ। ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਤੇ ਹੀ ਸਨ। ਵਿਕਰਮ ਵੀ ਮੇਰੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਸੀ। ਵਿਆਹ ਵਾਲੀ ਰਾਤ ਮੈਂ ਵਿਕਰਮ ਤੋਂ ਇੱਕ ਵਾਅਦਾ ਲਿਆ ਸੀ ਤੇ ਵਿਕਰਮ ਨੇ ਵੀ ਆਪਣੇ ਸੱਚੇ ਪਿਆਰ ਨਾਲ ਹੀ ਆਖਰੀ ਹੱਦ ਤੱਕ ਇਸ ਵਾਅਦੇ ਨੂੰ ਨਿਭਾਇਆ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਜ਼ਿੰਦਗੀ 'ਚ ਅਜਿਹਾ ਮੋੜ ਵੀ ਆਵੇਗਾ ਕਿ ਵਿਕਰਮ ਤੇ ਮੇਰਾ ਪਿਆਰ ਕਮਜ਼ੋਰ ਪੈ ਜਾਵੇਗਾ। ਵਿਕਰਮ ਤੇ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਸੀ। ਇੱਕ ਰਾਤ ਜਦੋਂ ਅਸੀਂ ਖਾਣਾ ਖਾ ਰਹੇ ਸੀ ਤਾਂ ਵਿਕਰਮ ਨੇ ਮੈਨੂੰ ਕਿਹਾ ਕਿ ਰੋਮਾ ਕੰਪਨੀ ਵੱਲੋਂ ਮੈਨੂੰ 2 ਮਹੀਨੇ ਦੀ ਛੁੱਟੀ ਮਿਲੀ ਹੈ। ਅਸੀਂ ਕਿਤੇ ਘੁੰਮਣ ਚੱਲਦੇ ਹਾਂ। ਦੱਸੋ ਤੁਸੀਂ ਕਿੱਥੇ ਜਾਣਾ ਪਸੰਦ ਕਰੋਗੇ। ਇਹ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਸੀ। ਮੈਂ ਕਿਹਾ ਕਿ ਅਸੀਂ ਤੁਹਾਡੇ ਮਾਤਾ ਪਿਤਾ ਕੋਲ ਚੱਲਦੇ ਹਾਂ। ਮੈਂ ਅੱਜ ਤੱਕ ਉਹਨਾਂ ਨੂੰ ਨਹੀਂ ਮਿਲਿਆ। ਇਹ ਗੱਲ ਸੁਣ ਕੇ ਵਿਕਰਮ ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਕਹਿਣ ਲੱਗਿਆ ਕਿ ਤੂੰ ਤਾਂ ਮੇਰਾ ਦਿਲ ਜਿੱਤ ਲਿਆ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਪਿੰਡ 'ਚ ਰਹਿੰਦੇ ਹਨ ਤੇ ਉਹ ਬਹੁਤ ਚੰਗੇ ਹਨ। ਮੈਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਸੀ, ਇਸ ਲਈ ਉਹਨਾਂ ਨੇ ਬਚਪਨ 'ਚ ਹੀ ਮੈਨੂੰ ਪੜ੍ਹਨ ਲਈ ਸ਼ਹਿਰ ਭੇਜ ਦਿੱਤਾ ਸੀ। ਮੈਨੂੰ ਵੀ ਬਹੁਤ ਸਮਾਂ ਹੋ ਗਿਆ ਉਹਨਾਂ ਨੂੰ ਮਿਲੇ, ਪਰ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਹੁੰਦੀ ਰਹਿੰਦੀ ਹੈ। ਸਾਡੇ ਵਿਆਹ ਬਾਰੇ ਵੀ ਮੈਂ ਉਹਨਾਂ ਨੂੰ ਫੋਨ ਤੇ ਹੀ ਦੱਸਿਆ ਸੀ ਤੇ ਇਹ ਸੁਣ ਕੇ ਉਹ ਬਹੁਤ ਖੁਸ਼ ਹੋਏ ਸਨ ਤੇ ਹੁਣ ਉਹ ਸਾਨੂੰ ਦੋਵਾਂ ਨੂੰ ਦੇਖ ਕੇ ਬਹੁਤ ਖੁਸ਼ ਹੋਣਗੇ। ਮੈਂ ਪੈਕਿੰਗ ਸ਼ੁਰੂ ਕਰ ਦਿੱਤੀ ਤੇ ਵਿਕਰਮ ਨੇ ਟ੍ਰੇਨ ਦੀ ਟਿਕਟ ਕਰਵਾ ਲਈ। ਅਗਲੇ ਦਿਨ ਜਦੋਂ ਮੈਂ ਉੱਠੀ ਤਾਂ ਕਿਸੇ ਨੇ ਦਰਵਾਜ਼ਾ ਖੜਕਾਇਆ। ਮੈਂ ਜਾ ਕੇ ਖੋਲ੍ਹਿਆ ਤਾਂ ਬਾਹਰ ਇੱਕ ਆਦਮੀ ਖੜਾ ਸੀ। ਉਸਨੇ ਮੈਨੂੰ ਕਿਹਾ ਕਿ ਇਹ ਟਿਕਟ ਹੈ, ਵਿਕਰਮ ਸਰ ਨੇ ਭੇਜੀ ਹੈ। ਮੈਂ ਉਸ ਤੋਂ ਟਿਕਟ ਲਈ ਤੇ ਅੰਦਰ ਆ ਗਈ। ਜਦੋਂ ਮੈਂ ਉਹ ਟਿਕਟ ਦੇਖੀ ਤਾਂ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਮੈਂ ਬਹੁਤ ਜ਼ਿਆਦਾ ਘਬਰਾਉਣ ਲੱਗੀ। ਇਹਦੇ ਵਿੱਚ ਵਿਕਰਮ ਆ ਗਿਆ ਤੇ ਮੈਨੂੰ ਦੇਖ ਕੇ ਬੋਲਿਆ ਕਿ ਰੋਮਾ ਸਭ ਠੀਕ ਤਾਂ ਹੈ। ਮੈਂ ਕਿਹਾ ਕਿ ਸਭ ਠੀਕ ਹੈ। ਮੈਂ ਆਪਣੇ ਚਿਹਰੇ ਤੋਂ ਪਸੀਨਾ ਪੂੰਝਦੇ ਹੋਏ ਉਹਨਾਂ ਨੂੰ ਕਿਹਾ ਕਿ ਵਿਕਰਮ ਅਸੀਂ ਕੁਝ ਦਿਨ ਬਾਅਦ ਨਹੀਂ ਚੱਲ ਸਕਦੇ। ਅਜੇ ਮੇਰੀ ਤਬੀਅਤ ਕੁਝ ਠੀਕ ਨਹੀਂ ਲੱਗ ਰਹੀ। ਵਿਕਰਮ ਮੇਰੇ ਲਈ ਪਰੇਸ਼ਾਨ ਹੋ ਗਿਆ ਤੇ ਕਿਹਾ ਕਿ ਚਲੋ ਅਸੀਂ ਡਾਕਟਰ ਕੋਲ ਚੱਲਦੇ ਹਾਂ। ਮੈਂ ਕਿਹਾ ਕਿ ਨਹੀਂ, ਬਸ ਥੋੜੀ ਜਿਹੀ ਥਕਾਵਟ ਮਹਿਸੂਸ ਹੋ ਰਹੀ ਹੈ ਤੇ ਆਰਾਮ ਕਰਾਂਗੀ ਤਾਂ ਠੀਕ ਹੋ ਜਾਵਾਂਗੀ। ਵਿਕਰਮ ਨੇ ਮੇਰੇ ਲਈ ਚਾਹ ਬਣਾਈ ਤੇ ਮੈਨੂੰ ਦਵਾਈ ਦਿੱਤੀ। ਮੈਂ ਆਪਣੇ ਕਮਰੇ 'ਚ ਜਾ ਕੇ ਆਰਾਮ ਕਰਨ ਲੱਗੀ। ਮੈਂ ਸੋਚ 'ਚ ਪੈ ਗਈ ਸੀ। ਮੇਰੇ ਦਿਮਾਗ 'ਚ ਹਜ਼ਾਰ ਸਵਾਲ ਚੱਲ ਰਹੇ ਸਨ। ਮੈਂ ਭੂਆ ਦਾ ਨੰਬਰ ਲਾਇਆ ਤਾਂ ਭੂਆ ਦਾ ਨੰਬਰ ਨਹੀਂ ਲੱਗ ਰਿਹਾ ਸੀ। ਹੁਣ ਮੈਂ ਸੋਚ ਰਹੀ ਸੀ ਕਿ ਮੈਂ ਵਿਕਰਮ ਨੂੰ ਕਿਵੇਂ ਮਨਾ ਕਰਾਂਗੀ। ਆਖਰ ਮੈਂ ਹੀ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਤੁਹਾਡੇ ਮਾਤਾ ਪਿਤਾ ਨੂੰ ਮਿਲਣ ਚੱਲਦੇ ਹਾਂ। ਫਿਰ ਮੈਂ ਸੋਚਿਆ ਕਿ ਹੋ ਸਕਦਾ ਜਿਵੇਂ ਮੈਂ ਸੋਚ ਰਹੀ ਹਾਂ ਉਹ ਜਿਹਾ ਕੁਝ ਨਾ ਹੋਵੇ। ਹੋ ਸਕਦਾ ਹੈ ਕਿ ਇਹ ਸਭ ਮੇਰਾ ਵਹਿਮ ਹੋਵੇ।
ਮੈਂ ਜਾਣ ਲਈ ਪੈਕਿੰਗ ਸ਼ੁਰੂ ਕਰ ਦਿੱਤੀ। ਵਿਕਰਮ ਬਹੁਤ ਜ਼ਿਆਦਾ ਖੁਸ਼ ਸੀ, ਪਰ ਮੇਰਾ ਦਿਲ ਪੂਰੇ ਰਸਤੇ ਪਰੇਸ਼ਾਨ ਰਿਹਾ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਵਿਕਰਮ ਨੂੰ ਕਿਵੇਂ ਦੱਸਾਂ। ਟ੍ਰੇਨ ਦਾ ਇਹ ਸਫ਼ਰ ਮੈਨੂੰ ਕਿਸ ਮੰਜ਼ਿਲ ਤੱਕ ਲੈ ਜਾਵੇਗਾ, ਮੈਨੂੰ ਨਹੀਂ ਪਤਾ ਸੀ। ਮੈਂ ਨਹੀਂ ਜਾਣਦੀ ਸੀ ਕਿ ਹੁਣ ਇਸ ਸਫ਼ਰ ਕਿੱਥੇ ਖਤਮ ਹੋਵੇਗਾ। ਜਿਵੇਂ ਹੀ ਟ੍ਰੇਨ ਰੁਕੀ ਤੇ ਅਸੀਂ ਟ੍ਰੇਨ 'ਚੋਂ ਉਤਰੇ ਤਾਂ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਮੈਨੂੰ ਚੱਕਰ ਆਉਣ ਲੱਗੇ। ਇੱਕ ਵਿਕਰਮ ਨੇ ਮੈਨੂੰ ਸੰਭਾਲਿਆ ਤੇ ਉੱਥੇ ਸਟੇਸ਼ਨ ਤੇ ਬਿਠਾ ਦਿੱਤਾ। ਉਸਨੇ ਮੈਨੂੰ ਜੂਸ ਪਿਆਇਆ ਤੇ ਕਹਿਣ ਲੱਗਿਆ ਕਿ ਤੇਰੀ ਤਬੀਅਤ ਸੱਚਮੁੱਚ ਸਹੀ ਨਹੀਂ ਹੈ। ਮੈਨੂੰ ਤੇਰੀ ਗੱਲ ਮੰਨ ਲੈਣੀ ਚਾਹੀਦੀ ਸੀ ਤੇ ਕੁਝ ਦਿਨ ਰੁਕ ਜਾਣਾ ਚਾਹੀਦਾ ਸੀ, ਪਰ ਫਿਰ ਮੈਨੂੰ ਛੁੱਟੀ ਨਹੀਂ ਮਿਲਣੀ ਸੀ। ਮੈਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਮੈਂ ਠੀਕ ਹਾਂ। ਮੈਂ ਬਹੁਤ ਮੁਸ਼ਕਿਲ ਨਾਲ ਖੁਦ ਨੂੰ ਸੰਭਾਲਿਆ। ਮੈਂ ਤੇ ਵਿਕਰਮ ਸਟੇਸ਼ਨ ਤੋਂ ਪਿੰਡ ਵੱਲ ਚੱਲ ਪਏ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ, ਮੰਨੋ ਜਿਵੇਂ ਮੇਰੇ ਕਦਮ ਅੱਗੇ ਵਧਣ ਨੂੰ ਤਿਆਰ ਹੀ ਨਾ ਹੋਣ। ਜਿਵੇਂ-ਜਿਵੇਂ ਅਸੀਂ ਅੱਗੇ ਵਧ ਰਹੇ ਸੀ ਤਾਂ ਮੇਰਾ ਦਿਲ ਬੇਚੈਨ ਹੋ ਰਿਹਾ ਸੀ। ਅਸੀਂ ਜਿਵੇਂ ਹੀ ਉਸ ਦੇ ਘਰ ਦੇ ਦਰਵਾਜ਼ੇ ਤੇ ਪਹੁੰਚੇ ਤਾਂ ਡਰ ਕਰਕੇ ਮੈਨੂੰ ਪਸੀਨਾ ਆਉਣ ਲੱਗਿਆ। ਪਤਾ ਨਹੀਂ ਮੇਰੀ ਕਿਸਮਤ ਮੇਰੇ ਨਾਲ ਕੀ ਖੇਡ ਰਹੀ ਸੀ। ਜਿਵੇਂ ਹੀ ਘਰ ਦਾ ਦਰਵਾਜ਼ਾ ਖੁੱਲਿਆ ਤਾਂ ਮੇਰੇ ਰੋਂਗਟੇ ਖੜੇ ਹੋ ਗਏ। ਅੰਦਰ ਇੱਕ ਬੁੱਢਾ ਆਦਮੀ ਸੀ। ਉਹ ਵਿਕਰਮ ਦਾ ਪਿਤਾ ਸੀ। ਮੈਂ ਜਲਦੀ ਦਿਨੇ ਆਪਣਾ ਚਿਹਰਾ ਢੱਕ ਲਿਆ ਤੇ ਖੰਘਣ ਦਾ ਨਾਟਕ ਕਰਨ ਲੱਗੀ। ਵਿਕਰਮ ਨੇ ਪੁੱਛਿਆ ਕਿ ਕੀ ਹੋਇਆ ਤਾਂ ਮੈਂ ਕਿਹਾ ਕਿ ਮੈਨੂੰ ਬਚਪਨ ਤੋਂ ਹੀ ਧੂੜ ਮਿੱਟੀ ਤੋਂ ਐਲਰਜੀ ਹੈ ਤੇ ਇੱਥੇ ਪਿੰਡ 'ਚ ਧੂੜ ਮਿੱਟੀ ਬਹੁਤ ਜ਼ਿਆਦਾ ਹੈ, ਇਸ ਲਈ ਮੈਨੂੰ ਇੱਥੇ ਆਪਣਾ ਚਿਹਰਾ ਕਵਰ ਕਰਕੇ ਰੱਖਣਾ ਪਵੇਗਾ। ਵਿਕਰਮ ਬੋਲਿਆ, ਚਲੋ ਠੀਕ ਹੈ, ਅੰਦਰ ਆਓ। ਵਿਕਰਮ ਆਪਣੇ ਪਿਤਾ ਨਾਲ ਮਿਲ ਕੇ ਬਹੁਤ ਖੁਸ਼ ਸੀ। ਉਹਨਾਂ ਨੇ ਉਸ ਨੂੰ ਗਲੇ ਲਾਇਆ ਤੇ ਪਿਆਰ ਕਰਨ ਲੱਗੇ। ਅੰਦਰ ਇੱਕ ਬੁੱਢੀ ਔਰਤ ਸੀ ਜੋ ਵਿਕਰਮ ਦੀ ਮਾਂ ਸੀ। ਉਹਨਾਂ ਨੂੰ ਦੇਖ ਕੇ ਵੀ ਮੈਂ ਹੈਰਾਨ ਰਹਿ ਗਈ। ਮੈਂ ਆਪਣਾ ਚਿਹਰਾ ਹੋਰ ਚੰਗੀ ਤਰ੍ਹਾਂ ਢੱਕ ਲਿਆ। ਵਿਕਰਮ ਨੇ ਸਾਰਿਆਂ ਨੂੰ ਮੇਰੀ ਐਲਰਜੀ ਬਾਰੇ ਦੱਸ ਦਿੱਤਾ। ਵਿਕਰਮ ਦੀ ਭੈਣ ਮੈਨੂੰ ਬਹੁਤ ਘੂਰ-ਘੂਰ ਕੇ ਦੇਖ ਰਹੀ ਸੀ ਤੇ ਮੈਨੂੰ ਅਜੀਬ ਤਰੀਕੇ ਨਾਲ ਕਹਿਣ ਲੱਗੀ ਕਿ ਲੱਗਦਾ ਭਾਬੀ ਤਾਂ ਬਹੁਤ ਜ਼ਿਆਦਾ ਸੋਹਣੀ ਹੈ, ਇਸੇ ਕਰਕੇ ਉਹ ਸਾਨੂੰ ਆਪਣਾ ਚਿਹਰਾ ਨਹੀਂ ਦਿਖਾਉਣਾ ਚਾਹੁੰਦੀ। ਇਸ ਗੱਲ ਤੇ ਸਾਰੇ ਹੱਸਣ ਲੱਗੇ। ਫਿਰ ਉਹ ਕਹਿਣ ਲੱਗੀ ਕਿ ਮੈਂ ਤਾਂ ਮਜ਼ਾਕ ਕਰ ਰਹੀ ਸੀ। ਫਿਰ ਅਸੀਂ ਸਾਰਿਆਂ ਨੇ ਇਕੱਠੇ ਖਾਣਾ ਖਾਧਾ। ਵਿਕਰਮ ਵੀ ਸਾਲਾਂ ਬਾਅਦ ਆਪਣੇ ਘਰ ਵਾਲਿਆਂ ਨੂੰ ਮਿਲ ਕੇ ਬਹੁਤ ਖੁਸ਼ ਹੋ ਰਿਹਾ ਸੀ, ਪਰ ਮੈਂ ਘਬਰਾਈ ਤੇ ਸਹਿਮੀ ਹੋਈ ਬੈਠੀ ਸੀ। ਖਾਣੇ ਦੀ ਟੇਬਲ ਤੇ ਸਾਰੇ ਲੋਕ ਹਾਸਾ ਮਜ਼ਾਕ ਕਰ ਰਹੇ ਸਨ। ਐਨੇ 'ਚ ਹੀ ਵਿਕਰਮ ਨੇ ਪੁੱਛਿਆ ਕਿ ਰਾਜੀਵ ਕਿੱਥੇ ਹੈ? ਜਦੋਂ ਤੋਂ ਮੈਂ ਆਇਆ ਹਾਂ ਉਹ ਨਜ਼ਰ ਨਹੀਂ ਆ ਰਿਹਾ। ਇਹ ਸੁਣ ਕੇ ਮੈਨੂੰ ਸਦਮਾ ਲੱਗਿਆ ਤੇ ਮੇਰੇ ਹੱਥੋਂ ਖਾਣੇ ਦੀ ਪਲੇਟ ਹੇਠਾਂ ਡਿੱਗ ਪਈ। ਮੈਨੂੰ ਦੇਖ ਕੇ ਵਿਕਰਮ ਦੀ ਭੈਣ ਬੋਲੀ ਕਿ ਲੱਗਦਾ ਭਾਬੀ ਆਪਣੇ ਦਿਓਰ ਦਾ ਨਾਂ ਸੁਣ ਕੇ ਹੈਰਾਨ ਹੋ ਗਈ ਹੈ। ਵਿਕਰਮ ਦੀ ਮਾਂ ਕਹਿਣ ਲੱਗੀ ਕਿ ਬਸ ਵੀ ਕਰ ਰੀਮਾ, ਜਦੋਂ ਤੋਂ ਤੇਰੀ ਭਾਬੀ ਆਈ ਹੈ ਤੂੰ ਤਾਂ ਉਸਦੇ ਪਿੱਛੇ ਹੀ ਪੈ ਗਈ ਹੈ। ਕਹਿਣ ਲੱਗੀ ਕਿ ਮਾਂ ਮੈਂ ਤਾਂ ਸਿਰਫ ਮਜ਼ਾਕ ਕਰ ਰਹੀ ਸੀ। ਵਿਕਰਮ ਦੇ ਪਿਤਾ ਨੇ ਦੱਸਿਆ ਕਿ ਰਾਜੀਵ ਕੁਝ ਕੰਮ ਕਰਕੇ ਪਿੰਡ ਬਾਹਰ ਗਿਆ ਹੋਇਆ ਹੈ। ਉਸ ਦਾ ਵੀ ਵਿਆਹ ਹੋ ਗਿਆ ਹੈ। ਉਸ ਦਿਨਾਂ 'ਚੋਂ ਵਾਪਸ ਆ ਜਾਵੇਗਾ। ਆਪਣੀ ਪਤਨੀ ਨੂੰ ਵੀ ਨਾਲ ਲੈ ਕੇ ਗਿਆ ਹੈ ਤਾਂ ਕਿ ਉਸਦੀ ਵੀ ਥੋੜੀ ਸੈਰ ਹੋ ਜਾਵੇ। ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਕਮਰੇ 'ਚ ਆ ਗਈ ਤੇ ਆਪਣੇ ਚਿਹਰੇ ਤੋਂ ਕੱਪੜਾ ਹਟਾ ਦਿੱਤਾ। ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਣ ਲੱਗੀ। ਮੇਰੇ ਦਿਮਾਗ 'ਚ ਬਹੁਤ ਸਾਰੇ ਸਵਾਲ ਆ ਰਹੇ ਸਨ। ਮੇਰੇ ਅੰਦਰ ਅਜੀਬ ਜਿਹੀ ਬੇਚੈਨੀ ਹੋ ਰਹੀ ਸੀ। ਐਨੀ ਦੇਰ 'ਚ ਕਿਸੇ ਨੇ ਦਰਵਾਜ਼ਾ ਖੜਕਾਇਆ। ਮੈਂ ਜਲਦੀ ਨਾਲ ਚਿਹਰੇ ਤੇ ਕੱਪੜਾ ਲਿਆ। ਦਰਵਾਜ਼ੇ ਤੇ ਵਿਕਰਮ ਸੀ। ਉਹ ਮੈਨੂੰ ਆਪਣੇ ਘਰ ਵਾਲਿਆਂ ਬਾਰੇ ਦੱਸਣ ਲੱਗੇ। ਆਪਣੇ ਘਰ ਵਾਲਿਆਂ ਨਾਲ ਮਿਲ ਕੇ ਉਹ ਮੈਨੂੰ ਬਹੁਤ ਖੁਸ਼ ਲੱਗ ਰਹੇ ਸਨ। ਪਤਾ ਨਹੀਂ ਮੇਰੀ ਕਿਸਮਤ 'ਚ ਅੱਗੇ ਕੀ ਲਿਖਿਆ ਸੀ। ਮੈਂ ਉਹਨਾਂ ਨੂੰ ਕੁਝ ਦੱਸ ਵੀ ਨਹੀਂ ਸਕਦੀ ਸੀ ਕਿਉਂਕਿ ਮੈਂ ਵਿਕਰਮ ਨੂੰ ਖੋਣ ਤੋਂ ਡਰਦੀ ਸੀ। ਮੈਂ ਸੋਚ ਰਹੀ ਸੀ ਕਿ ਵਿਕਰਮ ਸਭ ਜਾਣਨ ਤੋਂ ਬਾਅਦ ਕਿਤੇ ਮੈਨੂੰ ਛੱਡ ਨਾ ਦੇਵੇ। ਮੈਂ ਜ਼ਿਆਦਾਤਰ ਆਪਣੇ ਕਮਰੇ 'ਚ ਹੀ ਰਹਿੰਦੀ ਸੀ ਤੇ ਸਾਰਿਆਂ ਨੂੰ ਖੰਘ ਕੇ ਦਿਖਾਉਂਦੀ ਸੀ ਤਾਂ ਕਿ ਕੋਈ ਮੇਰਾ ਚਿਹਰਾ ਦੇਖਣ ਦੀ ਜ਼ਿੱਦ ਨਾ ਕਰੇ। ਰਾਜੀਵ ਵੀ ਅੱਜ ਵਾਪਸ ਆਉਣ ਵਾਲਾ ਸੀ। ਇਹ ਸੋਚ ਕੇ ਮੇਰਾ ਦਿਲ ਘਬਰਾ ਰਿਹਾ ਸੀ। ਮੈਂ ਸਦਮੇ 'ਚ ਸੀ। ਮੈਂ ਆਪਣੇ ਡਰਾਉਣੇ ਅਤੀਤ ਬਾਰੇ ਸੋਚ ਰਹੀ ਸੀ। ਮੈਂ ਦਿਲ ਹੀ ਦਿਲ ਉਲਝਣ 'ਚ ਪੈ ਰਹੀ ਸੀ। ਪਰ ਜਦੋਂ ਤੋਂ ਇਸ ਘਰ 'ਚ ਆਈ ਸੀ ਮੈਨੂੰ ਮੇਰੀ ਨਨਾਣ ਦਾ ਵਰਤਾਅ ਬਹੁਤ ਅਜੀਬ ਲੱਗ ਰਿਹਾ ਸੀ। ਹਮੇਸ਼ਾ ਹੀ ਮੈਨੂੰ ਕੁਝ ਨਾ ਕੁਝ ਕਹਿੰਦੀ ਰਹਿੰਦੀ ਸੀ ਤੇ ਫਿਰ ਮਜ਼ਾਕ ਦਾ ਬਹਾਨਾ ਬਣਾ ਲੈਂਦੀ ਸੀ। ਜਦੋਂ ਰਾਜੀਵ ਦੇ ਆਉਣ ਦਾ ਸਮਾਂ ਹੋਇਆ ਤਾਂ ਮੈਂ ਬੁਖਾਰ ਦਾ ਬਹਾਨਾ ਬਣਾ ਕੇ ਆਪਣੇ ਕਮਰੇ 'ਚ ਕੰਬਲ ਲੈ ਕੇ ਪੈ ਗਈ। ਸਾਰੇ ਬਹੁਤ ਖੁਸ਼ ਸਨ। ਰਾਜੀਵ ਤੇ ਉਸਦੀ ਪਤਨੀ ਘਰ ਆ ਗਏ ਸਨ। ਉਹ ਸਾਰਿਆਂ ਨੂੰ ਮਿਲੇ। ਵਿਕਰਮ ਨੇ ਉਸ ਨੂੰ ਮੇਰੇ ਬਾਰੇ ਦੱਸਿਆ ਤਾਂ ਰਾਜੀਵ ਤੇ ਉਸਦੀ ਪਤਨੀ ਮੇਰੇ ਕਮਰੇ 'ਚ ਆਏ, ਪਰ ਮੈਂ ਕੰਬਲ ਲੈ ਕੇ ਪਈ ਸੀ ਸੌਣ ਦਾ ਨਾਟਕ ਕਰਨ ਲੱਗੀ। ਵਿਕਰਮ ਨੇ ਕਿਹਾ ਕਿ ਇਸ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ, ਕੱਲ ਹੀ ਮੈਂ ਇਸ ਨੂੰ ਡਾਕਟਰ ਕੋਲ ਲੈ ਕੇ ਜਾਵਾਂਗਾ। ਰਾਜੀਵ ਨੇ ਕਿਹਾ ਕਿ ਕੋਈ ਗੱਲ ਨਹੀਂ,
ਤੁਸੀਂ ਭਾਬੀ ਨੂੰ ਆਰਾਮ ਕਰਨ ਦਿਓ, ਅਸੀਂ ਇਹਨਾਂ ਨੂੰ ਬਾਅਦ 'ਚ ਮਿਲ ਲਵਾਂਗੇ। ਜਿਵੇਂ ਤਿਵੇਂ ਮੈਂ ਆਪਣਾ ਚਿਹਰਾ ਢੱਕ ਕੇ ਇੱਥੇ ਰਹਿ ਰਹੀ ਸੀ, ਪਰ ਰਾਜੀਵ ਦੇ ਸਾਹਮਣੇ ਆਉਣ ਤੋਂ ਮੈਨੂੰ ਡਰ ਲੱਗਦਾ ਸੀ। ਜਦੋਂ ਉਹ ਘਰ ਨਹੀਂ ਹੁੰਦਾ ਸੀ ਤਾਂ ਮੈਂ ਆਪਣਾ ਚਿਹਰਾ ਢੱਕ ਕੇ ਘਰ ਵਾਲਿਆਂ ਨਾਲ ਰਹਿੰਦੀ ਸੀ, ਪਰ ਉਸਦੇ ਆਉਣ ਤੋਂ ਪਹਿਲਾਂ ਹੀ ਮੈਂ ਆਪਣੇ ਕਮਰੇ ਚਲੀ ਜਾਂਦੀ। ਇੱਕ ਦਿਨ ਮੈਂ ਆਪਣੇ ਕਮਰੇ 'ਚ ਬੈਠੀ ਆਪਣੀ ਜ਼ਿੰਦਗੀ ਦੇ ਖਤਰਨਾਕ ਅਤੀਤ ਬਾਰੇ ਸੋਚ ਰਹੀ ਸੀ ਤੇ ਦੂਜੇ ਪਾਸੇ ਮੈਂ ਸੋਚ ਰਹੀ ਸੀ ਕਿ ਰਾਜੀਵ ਦੀ ਪਤਨੀ ਕਿੰਨੀ ਸੋਹਣੀ ਹੈ ਤੇ ਸੁਭਾਅ ਵੀ ਬਹੁਤ ਚੰਗਾ ਹੈ। ਅਚਾਨਕ ਮੇਰੀ ਨਨਾਣ ਮੇਰੇ ਕਮਰੇ 'ਚ ਆ ਗਈ। ਮੈਂ ਛੇਤੀ ਆਪਣਾ ਚਿਹਰਾ ਢੱਕਿਆ ਤੇ ਖੰਘਣ ਲੱਗੀ ਤੇ ਉਹ ਕਹਿਣ ਲੱਗੀ ਕਿ ਤੁਹਾਨੂੰ ਡਰ ਹੈ ਕਿ ਰਾਜੀਵ ਭਰਾ ਦੀ ਪਤਨੀ ਤੁਹਾਡੇ ਤੋਂ ਜ਼ਿਆਦਾ ਸੋਹਣੀ ਹੈ, ਇਸ ਲਈ ਸ਼ਾਇਦ ਤੁਸੀਂ ਆਪਣਾ ਚਿਹਰਾ ਨਹੀਂ ਦਿਖਾਉਂਦੇ। ਪਤਾ ਨਹੀਂ ਉਹ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦੀ ਸੀ। ਮੈਂ ਉਸ ਨੂੰ ਕਿਹਾ ਕਿ ਨਹੀਂ, ਅਜਿਹੀ ਕੋਈ ਗੱਲ ਨਹੀਂ ਹੈ। ਕੁਝ ਦਿਨਾਂ 'ਚ ਮੇਰੀ ਦਵਾਈ ਦਾ ਕੋਰਸ ਪੂਰਾ ਹੋ ਜਾਵੇਗਾ ਤੇ ਮੇਰੀ ਅਲਰਜੀ ਖਤਮ ਹੋ ਜਾਵੇਗੀ, ਫਿਰ ਮੈਂ ਆਪਣਾ ਚਿਹਰਾ ਢੱਕਣਾ ਬੰਦ ਕਰ ਦਿਆਂਗੀ। ਐਨੇ 'ਚ ਉੱਥੇ ਵਿਕਰਮ ਆ ਗਿਆ ਤੇ ਉਸਨੇ ਜੋ ਮੈਨੂੰ ਕਿਹਾ ਉਸ ਨਾਲ ਮੈਂ ਪਾਣੀ ਹੋ ਗਈ। ਦੋਸਤੋ, ਜੇਕਰ ਤੁਸੀਂ ਇਸ ਕਹਾਣੀ ਦਾ ਬਾਕੀ ਹਿੱਸਾ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਜੁੜੇ ਰਹੋ।